ਗੁਰੂ ਪਿਆਰਿਓ, ਆਓ ਸਭ ਤੋਂ ਪਹਿਲਾਂ ਬੜੇ ਹੀ ਅਦਬ ਸਤਿਕਾਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਕੋਈ ਰਸਨਾ ਖਾਲੀ ਨਾ ਰਹੇ। ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਪਜੀ ਸਾਹਿਬ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਵਿੱਚ ਪੌੜੀ ਨੰਬਰ 32 ਤੇ 33 ਦੀ ਵਿਚਾਰ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਹਨਾਂ ਪੌੜੀਆਂ ਦਾ ਪਾਠ ਕਰ ਲਈਏ। ਇੱਕ ਦੂਜੀ ਭੌਂ ਲੱਖ ਹੋਏ, ਲੱਖ ਹੋਵੈ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਏਤ ਰਾਹ ਪਤ ਪਵੜੀਆਂ, ਚੜੀਐ ਹੋਏ ਅਕੀਸ। ਸੁਣ ਗੱਲਾਂ ਆਕਾਸ ਕੀ, ਕੀਟਾਂ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨ ਮੰਗਣ ਦੇਣ ਨਾ ਜੋਰ। ਜੋਰ ਨ ਜੀਵਨ ਮਰਨ ਨਹਿ ਜੋਰ, ਜੋਰ ਨ ਰਾਜ ਮੌਲ ਮਨ ਸ਼ੋਰ। ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਵਾਹਿਗੁਰੂ ਜੀ। ਸਤਿਗੁਰੂ ਜੀ ਕਹਿੰਦੇ ਕਿ ਇੱਕ ਦੂ ਜੀਵਾਂ, ਇੱਕ ਤੋਂ ਇੱਕ ਜੀਵ ਤੋਂ ਲੱਖ ਹੋਏ, ਹੋਏ ਮੈਨੇ ਹੋ ਜਾਣ, ਲੱਖ ਜੀਵਾਂ ਹੋ ਜਾਣ। ਇੱਕ ਜੀਵ ਤੋਂ ਲੱਖ ਜੀਵਾਂ ਹੋ ਜਾਣ। ਫਿਰ ਕਹਿੰਦੇ ਲੱਖ ਹੋਵੇ ਲੱਖ ਵੀਸ, ਲੱਖ ਤੋਂ ਵੀ ਕਹਿੰਦੇ 20 ਲੱਖ ਹੋ ਜਾਣ, ਇੰਨੀਆਂ ਜੀਵਾਂ ਹੋ ਜਾਣ। ਪਹਿਲਾਂ ਇੱਕ ਤੋਂ ਕਹਿੰਦੇ ਇੱਕ ਜੀਵ ਤੋਂ ਲੱਖ ਜੀਵਾਂ ਹੋ ਜਾਣ, ਫਿਰ ਕਹਿੰਦੇ ਲੱਖ ਤੋਂ 20 ਲੱਖ ਜੀਵਾਂ ਹੋ ਜਾਣ। ਫਿਰ ਕਹਿੰਦੇ ਕਿ ਲੱਖ ਲੱਖ ਗੇੜਾ ਆਖੀਐ। ਇੱਕ ਇੱਕ ਗੇੜੇ ਵਿੱਚ ਲੱਖ ਲੱਖ ਵਾਰੀ ਕੀ ਆਖੀਏ? ਏਕ ਨਾਮ ਜਗਦੀਸ਼, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਈਏ, ਜਗਤ ਮਾਲਕ ਦਾ ਨਾਮ ਲਈਏ ਲੱਖ ਲੱਖ ਵਾਰੀ ਇੱਕ ਇੱਕ ਗੇੜੇ ਦੇ ਵਿੱਚ। ਕਹਿੰਦੇ ਏਤ ਰਾਹ ਪਤ ਪਵੜੀਆਂ, ਚੜੀਐ ਹੋਏ ਅਕੀਸ। ਏਤ ਰਾਹ, ਇਸ ਰਾਹ, ਇਸ ਰਸਤੇ ਵਿੱਚ। ਪਤ ਮੈਨੇ ਪਤੀ ਦੀਆਂ ਪੌੜੀਆਂ, ਪਤੀ ਦੇ ਘਰ ਨੂੰ ਜਾਣ ਵਾਲੀਆਂ ਪੌੜੀਆਂ, ਅਕਾਲ ਪੁਰਖ ਦੇ ਘਰ ਨੂੰ ਜਾਣ ਵਾਲੀਆਂ ਪੌੜੀਆਂ। ਚੜੀਐ, ਇਹ ਪੌੜੀਆਂ ਤੇ ਕਿਵੇਂ ਚੜ੍ਹਿਆ ਜਾ ਸਕਦਾ? ਤਾਂ ਹੀ ਚੜ੍ਹਿਆ ਜਾ ਸਕਦਾ ਹੋਈਐ ਇਕੀਸ, ਜੇ ਇੱਕ ਹੋ ਜਾਈਏ। ਇਕੀਸ ਮੈਨੇ ਇੱਕ ਰੂਪ, ਆਪਾ ਗਵਾ ਕੇ ਇੱਕ ਰੂਪ ਹੋ ਜਾਈਏ ਤਾਂ ਚੜ੍ਹਿਆ ਜਾ ਸਕਦਾ। ਕਹਿੰਦੇ ਤੁਸੀਂ ਨਾਮ ਭਾਵੇਂ, ਹੁਣ ਕਈ ਵਾਰੀ ਕੀ ਸੀਗਾ, ਕਹਿੰਦੇ ਨਾਮ ਮਾਲਾ ਸੀਗਾ ਕਿ ਮਾਲਾ ਲੈ ਕੇ ਬੈਠੋ, ਇੰਨੇ ਵਾਰੀ ਨਾਮ ਜਪੋ, ਲੱਖਾਂ ਵਾਰੀ ਨਾਮ ਜਪੋ। ਇਹ ਉਸ ਨੂੰ, ਉਸ ਚੀਜ਼ ਦਾ ਜਿਹੜਾ ਪਖੰਡਵਾਦ ਸੀਗਾ ਉਸ ਨੂੰ ਖੰਡਨ ਕਰਿਆ ਕਿ ਜੀਵ ਨਾਲ ਭਾਵੇਂ ਜੇ ਤੁਸੀਂ ਜਿੰਨੇ ਮਰਜ਼ੀ ਇੱਕ ਦੀਆਂ ਲੱਖ ਜੀਵਾਂ ਹੋ ਜਾਣ, ਲੱਖ ਤੋਂ 20 ਲੱਖ ਹੋ ਜਾਣ, ਤੇ ਇੱਕ ਇੱਕ ਵਾਰੀ ਜੀਵ ਗੇੜੇ 'ਚ ਲੱਖ ਲੱਖ, ਇੱਕ ਇੱਕ ਜੀਵ ਆ ਜਿਹੜੀ ਉਹ ਲੱਖ ਲੱਖ ਵਾਰੀ ਕਹੇ, ਤੇ 20 ਲੱਖ ਜੀਵਾਂ ਕਿੰਨੀ ਵਾਰੀ ਕਹਿਣਗੀਆਂ? ਪਰਮਾਤਮਾ ਨੂੰ ਲਈ ਜਾਓ। ਪਰ ਕਹਿੰਦੇ ਉਹ ਕਿਸੇ ਕੰਮ ਨਹੀਂ ਹੈਗਾ। ਕਿੰਨੀ ਦੇਰ ਤੱਕ? ਜਿੰਨੀ ਦੇਰ ਤੱਕ ਤੁਸੀਂ ਇੱਕ ਰੂਪ ਨਹੀਂ ਹੋਇਆ ਅਕਾਲ ਪੁਰਖ ਨਾਲ। ਉਹ ਪਰਮਾਤਮਾ ਦੀ ਪ੍ਰਾਪਤੀ ਲਈ
परमात्मा दे घर दियां जे पौड़ियां चढ़ना, अकाल पुरख नाल मिलना, जिहड़ियां अकाल पुरख दे घर नूं पौड़ियां लगियां, पति परमेश्वर दे घर नूं पौड़ियां जांदियां ने, उस राह ते जे तुरना तां फिर एक रूप हो के आपा त्याग के वो पौड़ियां चढ़ियां जा सकदियां ने। हुण इहदा मतलब यह है कि पहलां सानूं जिहड़ा हुक्म आ अकाल पुरख दा ਉਹਦੇ ਹੁਕਮ ਦੇ ਅਨੁਸਾਰ ਚੱਲਣਾ ਪਊਗਾ। ਸੁਣਿਆ ਵਾਲੀਆਂ ਪੌੜੀਆਂ ਨੂੰ ਮੰਨਣਾ ਪਊਗਾ, ਫਿਰ ਮੰਨੇ ਵਾਲੀਆਂ ਪੌੜੀਆਂ ਨੂੰ ਮੰਨ ਕੇ ਇਹ ਸਾਰਾ ਕੁਝ ਕਰਾਂਗੇ। ਜਦੋਂ ਪਹਿਲਾਂ ਅਕਾਲ ਪੁਰਖ ਦੇ ਹੁਕਮ ਨੂੰ ਸੁਣਾਂਗੇ, ਫਿਰ ਉਸ ਹੁਕਮ ਨੂੰ ਮੰਨਾਂਗੇ, ਫਿਰ ਉਹਦੇ ਪ੍ਰਤੀ ਅਸੀਂ ਇੱਕ ਹੋਵਾਂਗੇ, ਇੱਕ ਓਂਕਾਰ, ਇੱਕ ਤੋਂ ਚੱਲਾਂਗੇ। ਜੇ ਇੱਕ ਨੂੰ ਮਤਲਬ ਇੱਕ ਤੋਂ ਚੱਲਣ ਦਾ ਮਤਲਬ ਇੱਕ ਅਕਾਲ ਪੁਰਖ ਨੂੰ ਅਸੀਂ ਮੰਨਾਂਗੇ ਕਿ ਇੱਕ ਅਕਾਲ ਪੁਰਖ ਸਿਰਫ ਇੱਕ ਹੈ, ਹੋਰ ਅਕਾਲ ਪੁਰਖ ਨਹੀਂ, ਦੋ ਚਾਰ ਨਹੀਂ, ਇੱਕੋ ਹੀ ਆ। ਉਹਦੇ ਵਰਗਾ ਹੋਰ ਕੋਈ ਨਹੀਂ, ਉਹਦੇ ਵਰਗਾ ਸਮਰੱਥ ਵੀ ਕੋਈ ਹੋਰ ਨਹੀਂ, ਉਹਦੇ ਵਰਗਾ ਵੱਡਾ ਵੀ ਕੋਈ ਹੈ ਨਹੀਂ। ਤੇ ਉਹ ਜੇ ਇਹ ਸਾਰਾ ਭਰੋਸਾ, ਪ੍ਰਤੀਤ, ਪ੍ਰੇਮ ਲਿਆ ਕੇ ਇੱਕ ਹੋ ਕੇ ਸਰੈਂਡਰ ਕਰਕੇ ਆਪਣੇ ਆਪ ਨੂੰ ਸਮਰਪਣ ਕਰਕੇ ਇਹ ਪੌੜੀਆਂ ਯਤਨ ਕਰਾਂਗੇ ਚੜ੍ਹਨ ਦਾ, ਤਾਂ ਉਹ ਪੌੜੀਆਂ ਚੜ੍ਹਿਆ ਜਾ ਸਕਦਾ। ਨਹੀਂ ਤਾਂ ਕੀ ਹੈ, ਕਹਿੰਦੇ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਏ ਰੇਸ। ਨਹੀਂ ਤਾਂ ਇਹ ਪੌੜੀਆਂ ਚੜ੍ਹਨ ਵਾਲੀ ਗੱਲ ਇਸ ਤਰ੍ਹਾਂ ਵਾ, ਕਹਿੰਦੇ ਆਕਾਸ਼ ਦੀਆਂ ਗੱਲਾਂ ਸੁਣ ਸੁਣ ਕੇ ਜਿਵੇਂ ਕੀੜੀਆਂ ਨੂੰ ਵੀ ਰੀਸ ਆ ਜਾਵੇ ਕਿ ਚਲੋ ਅਸੀਂ ਵੀ ਦੇਖੀਏ ਆਕਾਸ਼ ਕੀ ਆ, ਕੋਈ ਵਧੀਆ ਚੀਜ਼ ਆ, ਵਧੀਆ ਜਗ੍ਹਾ ਵਾ, ਉੱਥੇ ਆਪਾਂ ਵੀ ਚੜ੍ਹ ਜਾਈਏ। ਸੁਣ ਗੱਲਾਂ, ਆਕਾਸ਼ ਦੀਆਂ ਗੱਲਾਂ ਸੁਣ ਸੁਣ ਕੇ ਜੇ ਕੀੜੀਆਂ ਨੂੰ ਵੀ ਇਹ ਰੀਸ ਆ ਜਾਵੇ, ਇਹ ਚਾਅ ਪੈਦਾ ਹੋ ਜਾਵੇ, ਅਸੀਂ ਵੀ ਚੱਲੀਏ ਉੱਥੇ, ਅਸੀਂ ਵੀ ਦੇਖੀਏ ਆਕਾਸ਼ 'ਤੇ, ਅਸੀਂ ਵੀ ਚੜ੍ਹ ਜਾਵਾਂਗੇ, ਅਸੀਂ ਵੀ ਚੜ੍ਹ ਸਕਦੇ। ਕਹਿੰਦੇ ਨਹੀਂ, ਨਾਨਕ ਨਦਰੀ ਪਾਈਏ, ਨਦਰੀ ਮੈਨੇ ਮਿਹਰ ਨਾਲ। ਕਹਿੰਦੇ ਇਹ ਪ੍ਰਾਪਤੀ ਪਾਈਏ ਮੈਨੇ ਪ੍ਰਾਪਤ ਕਰੀਏ। ਇਹ ਜਿਹੜੀ ਪ੍ਰਾਪਤੀ ਆ ਨਜ਼ਰ ਨਾਲ, ਮਿਹਰ ਨਾਲ ਹੁੰਦੀ ਹੈ, ਜੇ ਅਕਾਲ ਪੁਰਖ ਮਿਹਰ ਕਰੇਗਾ। ਨਹੀਂ ਤਾਂ ਕੀ ਹੈ, ਜੇ ਮਿਹਰ ਨਹੀਂ ਹੋਈ, ਜੇ ਮਿਹਰ ਕਦੋਂ ਹੋਣੀ ਹੈ, ਜਦੋਂ ਅਸੀਂ ਸਾਰਾ ਕੁਛ ਸਮਰਪਣ ਕਰਕੇ ਉਹਦੇ ਹੁਕਮ ਨੂੰ ਮੰਨ ਕੇ ਪ੍ਰੇਮ ਦਾ ਫੈਕਟਰ ਉਹਦੇ ਵਿੱਚ ਆਊਗਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਇਹ ਗੱਲ ਵਾਪਰੂਗੀ ਫੇਰ ਹੀ ਨਦਰ ਹੋਊਗੀ। ਨਹੀਂ ਤਾਂ ਕਿਵੇਂ, ਕੂੜੀ ਕੂੜੇ ਠੀਸ, ਕੂੜੀ ਮੈਨੇ ਝੂਠੀ, ਕੂੜੇ ਝੂਠੇ ਮਨੁੱਖ ਦੀ, ਠੀਸ ਮੈਨੇ ਗੱਪ। ਨਹੀਂ ਤਾਂ ਇਹ ਐ ਆ ਜਿਵੇਂ ਇੱਕ ਝੂਠੇ ਮਨੁੱਖ ਨੇ ਝੂਠੀ ਗੱਪ ਛੱਡਤੀ ਕਿ ਅਸੀਂ ਵੀ ਪ੍ਰਾਪਤ ਕਰ ਲਾਂਗੇ, ਅਸੀਂ ਵੀ ਇਹ ਗੱਲ ਕਰ ਸਕਦੇ ਹਾਂ। ਆਪਣੀ ਜਾਣੀ ਇਹ ਝੂਠੀ ਆਪਣੇ ਆਪ ਦੀ ਵਡਿਆਈ ਕਰੀ ਜਾਵੇ ਬੰਦਾ ਕਿ ਮੈਂ ਵੀ ਨਾਮ ਜਪਦਾ, ਮੈਂ ਲੱਖਾਂ ਵਾਰੀ ਇੰਨੇ ਅਸੀਂ ਸਿਮਰਨ ਕਰ ਲਿਆ, ਇੰਨੇ ਲੱਖ ਪਾਠ ਕਰ ਲਏ, ਇੰਨੀ ਜਾਪ ਕਰ ਲਏ। ਉਹ ਜਾਪਾਂ ਦਾ ਕੋਈ ਫਾਇਦਾ ਨਹੀਂ। ਉਹ ਜਾਪ ਤਾਂ ਹੀ ਫਾਇਦੇ ਨੇ ਜਦੋਂ ਉਹਦੇ 'ਚ ਪ੍ਰੇਮ ਨਾਲ ਸ਼ਰਧਾ ਦਾ ਫੈਕਟਰ ਆਊਗਾ, ਪਿਆਰ ਦਾ। ਪਿਆਰ ਵੱਡਾ, ਉਹਦੀ ਅਕਾਲ ਪੁਰਖ ਦੀ ਬੋਲੀ ਕੀ ਆ? ਅਕਾਲ ਪੁਰਖ ਦੀ ਬੋਲੀ ਪ੍ਰੇਮ ਆ। ਉਹਦੇ ਨਾਲ ਮਿਲਣ ਦਾ ਇੱਕੋ ਇੱਕ ਢੰਗ ਆ ਕਿ ਪ੍ਰੇਮ ਪੈਦਾ ਕਰੀਏ ਆਪਣੇ ਅੰਦਰ, ਉਹਨੂੰ ਮਿਲਣ ਲਈ ਤਾਂਘ ਪੈਦਾ ਹੋਵੇ ਸਾਡੇ ਅੰਦਰ ਪ੍ਰੇਮ ਜਾਗੇ ਉਸ ਲਈ, ਤਾਂ ਹੀ ਉਹ ਕਿਰਪਾ ਕਰੂਗਾ। ਜਦੋਂ ਕਿਰਪਾ ਕਰੂਗਾ ਤਾਂ ਹੀ ਇਹ ਸਾਰਾ ਕੁਛ ਰਾਸ ਆਉਂਦਾ। ਨਹੀਂ ਤਾਂ ਇਵੇਂ ਹੀ ਆ ਜਿਵੇਂ ਕੀੜੀਆਂ ਨੂੰ ਚੜ੍ਹਨ ਲੱਗ ਜਾਣ ਆਕਾਸ਼ 'ਤੇ, ਪਰ ਚੜ੍ਹ ਜਾਣਗੀਆਂ ਬਿਨਾਂ ਉਸ ਦੀ ਕਿਰਪਾ ਦੇ ਨਹੀਂ ਚੜ੍ਹਿਆ ਜਾ ਸਕਦਾ। ਉਸ ਦੀ ਕਿਰਪਾ ਉਹਦੀ ਨਜ਼ਰ ਨਾਲ, ਉਹਦੀ ਮਿਹਰ ਨਾਲ, ਮਿਹਰ ਭਰੀ ਦ੍ਰਿਸ਼ਟੀ ਨਾਲ ਤਾਂ ਹੀ ਉਹਦੇ ਘਰ ਦੀ ਪ੍ਰਾਪਤੀ ਹੋ ਸਕਦੀ ਹੈ, ਤਾਂ ਹੀ ਇਹ ਉਹਦੇ ਘਰ ਨੂੰ ਜਾਣ ਵਾਲੀਆਂ ਪੌੜੀਆਂ 'ਤੇ ਚੜ੍ਹਿਆ ਜਾ ਸਕਦਾ। ਫਿਰ ਅੱਗੇ ਕਹਿੰਦੇ ਅਗਲੀ ਪੌੜੀ ਦੇ ਵਿੱਚ, ਆਖਣ ਜੋਰ ਚੁੱਪੇ ਨਹਿ ਜੋਰ। ਜੋਰ ਮਨੇ ਸਮਰੱਥਾ, ਤਾਕਤ, ਬਲ। ਸਾਡੇ ਵਿੱਚ ਆਖਣ ਦੀ, ਬੋਲਣ ਦੀ ਸਮਰੱਥਾ,
ਚੁੱਪੇ ਨਹੀਂ ਚੁੱਪ ਰਹਿਣ ਦੀ ਸਮਰੱਥਾ ਜ਼ੋਰ। ਸਾਡੇ ਵਿੱਚ ਕੁਝ ਆਖਣ ਦੀ ਸਮਰੱਥਾ ਨਹੀਂ ਹੈ, ਅਸੀਂ ਕੁਝ ਆਖ ਸਕੀਏ, ਅਸੀਂ ਕੁਝ ਬੋਲ ਸਕੀਏ। ਇਹ ਵੀ ਸਮਰੱਥਾ ਨਹੀਂ ਸਾਡੇ ਵਿੱਚ ਕਿ ਅਸੀਂ ਚੁੱਪ ਰਹਿ ਸਕੀਏ, ਚੁੱਪ ਕਰ ਜਾਈਏ। ਚੁੱਪ ਹੋਣ ਦੀ ਵੀ ਸਮਰੱਥਾ ਨਹੀਂ ਸਾਡੇ ਅੰਦਰ। ਅੱਗੇ ਕਹਿੰਦੇ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਕਹਿੰਦੇ ਮੰਗਣ 'ਚ ਵੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ ਕਿ ਅਸੀਂ ਮੰਗ ਹੀ ਲਈ, ਧੱਕੇ ਨਾਲ ਮੰਗ ਲਈਏ ਜਾਂ ਧੱਕੇ ਨਾਲ ਦਾਨ ਦੇ ਦਈਏ। ਦੇਣ ਨਾ ਜ਼ੋਰ, ਦੇਣ ਦੇ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ। ਕਹਿਣ ਦਾ ਮਤਲਬ ਆਪਣੇ ਜ਼ੋਰ ਨਾਲ, ਆਪਣੇ ਬਲ ਨਾਲ ਤਾਂ ਅਸੀਂ ਮੰਗ ਵੀ ਨਹੀਂ ਸਕਦੇ। ਆਪਣੇ ਬਲ ਨਾਲ, ਆਪਣੀ ਸਮਰੱਥਾ ਨਾਲ ਤਾਂ ਆਪਾਂ ਦੇ ਵੀ ਨਹੀਂ ਸਕਦੇ ਕਿਸੇ ਨੂੰ ਕੋਈ ਚੀਜ਼। ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਜੀਵਨ ਦੇ ਵਿੱਚ, ਇਸ ਜਿਉਣ ਦੇ ਵਿੱਚ, ਸੰਸਾਰ ਦੇ ਵਿੱਚ ਜਿਉਣ ਦੇ ਵਿੱਚ ਵੀ, ਸਾਡਾ ਜੀਵਨ ਦੇ ਵਿੱਚ ਵੀ ਕੋਈ ਜ਼ੋਰ ਨਹੀਂ ਚੱਲਦਾ। ਸਾਡਾ ਮਰਨ 'ਤੇ ਵੀ ਕੋਈ ਜ਼ੋਰ ਨਹੀਂ, ਸਾਡਾ ਜੰਮਣ 'ਤੇ ਵੀ ਕੋਈ ਜ਼ੋਰ ਨਹੀਂ, ਸਾਡਾ ਇਸ ਸੰਸਾਰ ਦੇ ਵਿੱਚ ਆਉਣ 'ਤੇ ਕੋਈ ਜ਼ੋਰ ਨਹੀਂ, ਇਸ ਸੰਸਾਰ ਤੋਂ ਜਾਣ 'ਤੇ ਸਾਡਾ ਕੋਈ ਜ਼ੋਰ ਨਹੀਂ, ਇਸ ਸੰਸਾਰ ਵਿੱਚ ਜਿਉਣ 'ਤੇ ਸਾਡਾ ਕੋਈ ਜ਼ੋਰ ਨਹੀਂ। ਜ਼ੋਰ ਨਾ ਰਾਜ ਮਾਲ ਮਨ ਸ਼ੋਰ। ਜ਼ੋਰ ਨਾ ਰਾਜ ਮਾਲ, ਰਾਜ ਪ੍ਰਾਪਤ ਕਰਨ 'ਤੇ, ਮਾਲ ਧਨ ਪ੍ਰਾਪਤ ਕਰਨ 'ਤੇ ਸਾਡਾ ਕੋਈ ਜ਼ੋਰ ਨਹੀਂ। ਮਨ ਦੇ ਸ਼ੋਰ ਦੇ ਉੱਤੇ ਕੋਈ ਸਾਡਾ ਜ਼ੋਰ ਨਹੀਂ ਚੱਲਦਾ। ਸਾਡਾ ਜਾਣੀ ਮਨ ਦੇ ਸ਼ੋਰ ਦੇ, ਮਨ ਦੇ ਵਿੱਚ ਜਿਹੜਾ ਰੌਲਾ ਰੱਪਾ ਵੀ ਉਹਨੂੰ ਅਸੀਂ ਚੁੱਪ ਕਰਾ ਲਈਏ, ਜਾਂ ਉਹ ਆਪਣੀ ਮਰਜ਼ੀ ਨਾਲ, ਸਾਡੀ ਉੱਥੇ ਮਰਜ਼ੀ ਨਹੀਂ ਚੱਲਦੀ, ਸਾਡਾ ਕੋਈ ਜ਼ੋਰ ਨਹੀਂ ਚੱਲਦਾ। ਸਾਡਾ ਨਾ ਤਾਂ ਮਨ ਦੇ ਰੌਲੇ 'ਤੇ ਸ਼ੋਰ ਚੱਲਦਾ, ਨਾ ਰਾਜ ਮਾਲ, ਜਿਹੜਾ ਰਾਜ 'ਤੇ, ਮਾਲ 'ਤੇ, ਧਨ ਦੌਲਤ 'ਤੇ ਕਿ ਅਸੀਂ ਜ਼ੋਰ ਨਾਲ ਪ੍ਰਾਪਤ ਕਰ ਲਈਏ। ਇਹ ਵੀ ਜ਼ੋਰ ਨਹੀਂ ਚੱਲਦਾ। ਇਹ ਵੀ ਸਾਡੀ ਸਮਰੱਥਾ ਨਹੀਂ, ਇਹ ਵੀ ਸਾਡੇ ਵਿੱਚ ਕੋਈ ਬਲ ਨਹੀਂ, ਇਹ ਵੀ ਸਾਡੇ ਅੰਦਰ ਕੋਈ ਤਾਕਤ ਨਹੀਂ। ਇਸਾ ਜ਼ੋਰ ਨ ਸੁਰਤੀ ਗਿਆਨ ਵਿਚਾਰ। ਜਿਹੜੀ ਸੁਰਤ ਦੇ ਵਿੱਚ ਆਉਣਾ, ਸੁਰਤੀ ਮੈਨੇ ਸੁਰਤ ਦੇ ਵਿੱਚ ਆਉਣਾ, ਹੋਸ਼ ਦੇ ਵਿੱਚ ਆਉਣਾ, ਸੰਭਲਣਾ। ਬੰਦਾ ਬੇਹੋਸ਼ ਹੋਇਆ ਪਿਆ ਹੁੰਦਾ, ਇਹ ਕਿ ਅਸੀਂ ਹੋਸ਼ 'ਚ ਆ ਜਾਈਏ, ਇਹ ਵੀ ਸਾਡੇ ਬਸ ਦੀ ਗੱਲ ਨਹੀਂ। ਇਹ 'ਤੇ ਵੀ ਸਾਡਾ ਜ਼ੋਰ ਨਹੀਂ। ਅਸੀਂ ਜ਼ੋਰ ਨਾਲ, ਧੱਕੇ ਨਾਲ ਹੋਸ਼ 'ਚ ਵੀ ਨਹੀਂ ਆ ਸਕਦੇ। ਅਸੀਂ ਧੱਕੇ ਨਾਲ ਗਿਆਨ ਵੀ ਨਹੀਂ ਪ੍ਰਾਪਤ ਕਰ ਸਕਦੇ, ਅਸੀਂ ਧੱਕੇ ਨਾਲ ਵਿਚਾਰ ਵੀ ਨਹੀਂ ਕਰ ਸਕਦੇ। ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਨਾ ਅਸੀਂ ਧੱਕੇ ਨਾਲ ਗਿਆਨ ਪ੍ਰਾਪਤ ਕਰ ਸਕਦੇ ਹਾਂ, ਜ਼ੋਰ ਨਾਲ ਗਿਆਨ ਪ੍ਰਾਪਤ ਕਰ ਸਕਦੇ ਹਾਂ, ਜ਼ੋਰ ਨਾਲ ਵਿਚਾਰ ਵਿਚਾਰ ਕਰ ਸਕਦੇ ਹਾਂ ਕਿਸੇ ਚੀਜ਼ 'ਤੇ। ਇਹ ਨਹੀਂ, ਅਸੀਂ ਆਪਣੇ ਬਲ ਨਾਲ ਆਪਣੀ ਹੋਸ਼ 'ਚ ਨਹੀਂ ਆ ਸਕਦੇ। ਅਸੀਂ ਆਪਣੇ ਬਲ ਨਾਲ, ਆਪਣੀ ਸ਼ਕਤੀ ਨਾਲ ਗਿਆਨ ਪ੍ਰਾਪਤ ਨਹੀਂ ਕਰ ਸਕਦੇ। ਅਸੀਂ ਆਪਣੇ ਗਿਆਨ ਜ਼ੋਰ ਨਾਲ ਵਿਚਾਰਾ ਨਹੀਂ ਕਰ ਸਕਦੇ। ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਜੁਗਤੀ ਮੈਨੇ ਜੁਗਤ ਨਾਲ, ਜੁਗਤ ਵਿੱਚ ਰਹਿ ਕੇ, ਰਹਿਤ ਵਿੱਚ ਰਹਿ ਕੇ, ਛੁੱਟੇ ਮੈਨੇ ਮੁਕਤੀ ਪ੍ਰਾਪਤ ਕਰਨੀ ਸੰਸਾਰ ਤੋਂ। ਸੰਸਾਰ ਛੁੱਟੈ, ਸੰਸਾਰ ਛੁੱਟ ਜਾਵੇ, ਸੰਸਾਰ ਤੋਂ ਮੁਕਤੀ ਪ੍ਰਾਪਤ ਹੋ ਜਾਵੇ। ਸੰਸਾਰ ਤੋਂ ਮੁਕਤੀ ਕਿਸੇ ਜੁਗਤ ਨਾਲ, ਜਿੱਥੇ ਰਹਿਤ ਵਿੱਚ ਰਹਿ ਕੇ, ਕਿਸੇ ਜੁਗਤ ਵਿੱਚ ਚੱਲ ਕੇ, ਕਿਸੇ ਢੰਗ ਤਰੀਕੇ ਨਾਲ ਚੱਲ ਕੇ ਸੰਸਾਰ ਤੋਂ ਮੁਕਤੀ ਪ੍ਰਾਪਤ ਕਰ ਲਈਏ, ਇਹ ਵੀ ਕਿਸੇ ਜ਼ੋਰ ਨਾਲ। ਇੱਥੇ ਵੀ ਸਾਡਾ ਜ਼ੋਰ ਨਹੀਂ ਚੱਲਦਾ। ਅਸੀਂ ਜ਼ੋਰ ਨਾਲ ਨਹੀਂ ਇਹ ਕਰ ਸਕਦੇ। ਅਸੀਂ ਆਪਣੇ ਬਲ ਨਾਲ ਨਹੀਂ ਕਰ ਸਕਦੇ ਕਿ ਸੰਸਾਰ ਤੋਂ ਆਪ ਮੁਕਤੀ ਪ੍ਰਾਪਤ ਕਰ ਲਈਏ। ਕੋਈ ਜੁਗਤ, ਸਾਡੀ ਜੁਗਤ ਚੱਲ ਜੇ, ਮੁਕਤੀ ਪ੍ਰਾਪਤ ਕਰ ਲਏ। ਇੱਥੇ ਤਾਂ ਹੁਕਮ ਵਰਤਣਾ, ਜੋ ਅਕਾਲ ਪੁਰਖ ਦਾ ਹੁਕਮ ਹੈ ਉਹੀ ਵਰਤਣਾ, ਉਹਦੇ ਅਨੁਸਾਰ ਹੀ ਸਾਰਾ ਕੁਝ ਚੱਲਣਾ। ਜੋ ਪਰਮਾਤਮਾ ਨੇ ਹੁਕਮ ਬਣਾਇਆ ਉਹਦੇ ਅਨੁਸਾਰ ਹੀ ਚੱਲਣਾ। ਸਾਡੇ ਹੱਥ ਵਿੱਚ ਕੁਝ ਵੀ ਨਹੀਂ ਹੈ। ਸਭ ਕੁਲ ਜੋ ਵੀ ਹੈ ਸਭ ਅਕਾਲ ਪੁਰਖ ਦੇ ਹੀ ਵੱਸ ਹੈ, ਉਹਦੀ ਹੀ ਸਮਰੱਥਾ। ਜੇ ਉਹ ਸਾਨੂੰ ਸਮਰੱਥਾ ਦੇਊਗਾ ਫਿਰ ਤਾਂ ਸਾਡੇ ਕੋਲ ਕੁਝ ਕਰਾ ਸਕਦਾ। ਉਹਦੀ ਸਮਰੱਥਾ ਤੋਂ ਬਿਨਾਂ, ਉਹਦੀ ਸ਼ਕਤੀ ਤੋਂ ਬਿਨਾਂ, ਉਹਦੇ ਬਲ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ। ਜਿਸ ਹੱਥ ਜੋਰ ਕਰ ਵੇਖੈ ਸੋਏ। ਜਿਸ ਪਰਮਾਤਮਾ ਦੇ ਹੱਥ ਵਿੱਚ ਜ਼ੋਰ ਆ, ਜਿਸ ਕੋਲ ਜਿਸ ਹੱਥ ਜ਼ੋਰ,
ਜਿਸ ਮੈਨੇ ਜਿਸ ਪਰਮਾਤਮਾ ਦੇ, ਜਿਸ ਮੈਨੇ ਪਰਮਾਤਮਾ, ਜਿਸ ਅਕਾਲ ਪੁਰਖ ਕੋਲੇ ਜੋਰ ਆ ਉਹ ਕਰ ਵੇਖੈ ਸੋਏ। ਉਹ ਇਸ ਸੰਸਾਰ ਨੂੰ ਕਰਕੇ ਉਹਨੂੰ ਵੇਖ ਰਿਹਾ, ਮਤਲਬ ਇਸ ਸੰਸਾਰ ਨੂੰ ਪੈਦਾ ਕਰਕੇ ਉਹਦੀ ਸੰਭਾਲ ਕਰ ਰਿਹਾ। ਇਹ ਸੰਸਾਰ ਜੋਰ ਸਿਰਫ ਅਕਾਲ ਪੁਰਖ ਕੋਲ ਹੀ ਆ। ਕਹਿਣ ਦਾ ਮਤਲਬ ਇਹ ਹੈ ਕਿ ਜੋ ਵੀ ਸਮਰੱਥਾ ਹੈ, ਜੋ ਤਾਕਤ ਹੈ, ਜੋ ਬਲ ਹੈ, ਉਹ ਸਿਰਫ ਅਕਾਲ ਪੁਰਖ ਹੀ ਹੈ। ਜ਼ੋਰ ਦਾ ਸੋਮਾ, ਜ਼ੋਰ ਦਾ ਸੋਰਸ, ਤਾਕਤ ਦਾ ਸੋਰਸ, ਸਟਰੈਂਥ ਦਾ, ਪਾਵਰ ਦਾ ਸੋਰਸ ਹੈ ਜੋ, ਉਹ ਅਕਾਲ ਪੁਰਖ ਆ। ਉਸ ਤੋਂ ਬਿਨਾਂ ਕਿਸੇ ਦਾ ਜ਼ੋਰ ਨਹੀਂ ਚੱਲਦਾ। ਜਿੰਨੀ ਮਰਜ਼ੀ ਕਿਸੇ ਕੋਲੇ ਪਾਵਰ ਹੋਵੇ, ਜਿੰਨੀ ਮਰਜ਼ੀ ਕੋਈ ਸਰੀਰਕ ਬਲ ਹੋਵੇ, ਜਿੰਨੀ ਮਰਜ਼ੀ ਕਿਸੇ ਕੋਲੇ ਯੁਕਤੀ ਹੋਵੇ, ਜਿੰਨਾ ਮਰਜ਼ੀ ਕੋਈ ਗਿਆਨ ਹੋਵੇ, ਪਰ ਉਹ ਕੋਈ ਨਹੀਂ ਚੱਲਦਾ। ਸਿਰਫ ਅਕਾਲ ਪੁਰਖ ਦਾ ਜ਼ੋਰ ਹੀ ਚੱਲਦਾ। ਉਹੀ ਸੰਸਾਰ ਨੂੰ ਆਪਣੇ ਜ਼ੋਰ ਨਾਲ, ਆਪਣੀ ਸਮਰੱਥਾ ਨਾਲ, ਆਪਣੇ ਹੁਕਮ ਦੇ ਵਿੱਚ ਪੈਦਾ ਕਰਕੇ ਉਹਨੂੰ ਸੰਭਾਲ ਰਿਹਾ ਹੈ। ਨਾਨਕ ਉੱਤਮ ਨੀਚ ਨਾ ਕੋਏ। ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਉਹਦੇ ਘਰ ਦੇ ਵਿੱਚ ਕੋਈ ਉੱਤਮ, ਕੋਈ ਉੱਤਮ ਆ, ਕੋਈ ਨੀਚ ਆ। ਇਹ ਫਰਕ ਨਹੀਂ ਹੈ, ਉੱਤਮ ਨੀਚ ਨਾ ਕੋਈ, ਉਹ ਸਭ ਬਰਾਬਰ ਹੈ। ਉਹਦੇ ਘਰ ਦੇ ਵਿੱਚ ਅਕਾਲ ਪੁਰਖ ਲਈ ਸਭ ਇੱਕੋ ਹੀ ਆ, ਬਰਾਬਰ ਆ, ਸਾਰੇ ਬਰਾਬਰ ਨੇ, ਸਾਰੇ ਉਸਦੇ ਬੱਚੇ ਨੇ। ਉਹਦੇ ਲਈ ਕੋਈ ਬੱਚਾ, ਕੋਈ ਜੀਵ ਉਹਦੇ ਲਈ ਉੱਚਾ ਜਾਂ ਨੀਵਾਂ ਨਹੀਂ ਹੈ ਵੀ ਇਹ ਬਹੁਤ ਪਿਆਰਾ ਬੱਚਾ, ਇਹ ਘੱਟ ਪਿਆਰਾ ਬੱਚਾ, ਐ ਨਹੀਂ ਹੈ। ਉਹ ਸਾਰਿਆਂ ਨੂੰ ਹੀ ਓਨਾ ਪਿਆਰ ਕਰਦਾ। ਉਹਦੇ ਲਈ ਸਾਰੇ ਹੀ ਬਰਾਬਰ ਨੇ। ਉਹਦੇ ਲਈ ਕੋਈ ਉੱਤਮ ਨੀਚ, ਉਹਦੇ ਲਈ ਕੋਈ ਵੱਡਾ ਛੋਟਾ ਜਾਂ ਦਰਜਾ ਬਦਰਜਾ ਨਹੀਂ ਉੱਥੇ ਕੋਈ। ਉਹ ਸਭ ਲਈ ਬਰਾਬਰ ਹੀ ਹੈ। ਉਹ ਆਪ ਕਿਉਂਕਿ ਬਰਾਬਰ ਆ, ਇੱਕ ਰਸ ਚੱਲ ਰਿਹਾ, ਇਸ ਕਰਕੇ ਸ੍ਰਿਸ਼ਟੀ ਨੂੰ ਵੀ ਇੱਕ ਰਸ, ਇੱਕੋ ਹੀ ਦ੍ਰਿਸ਼ਟੀ ਨਾਲ ਦੇਖਦਾ। ਸਾਰੇ ਸੰਸਾਰ ਨੂੰ ਸੰਭਾਲ ਵੀ ਇੱਕ ਤਰ੍ਹਾਂ ਹੀ ਕਰ ਰਿਹਾ ਹੈ। ਇੱਥੇ ਮਨੁੱਖ ਦਾ ਜ਼ੋਰ, ਕਹਿਣ ਦਾ ਮਤਲਬ ਮਨੁੱਖ ਦੇ ਹੱਥ ਵੱਸ ਕੁਛ ਨਹੀਂ ਹੈ। ਜੋ ਕੁਛ ਹੈ ਸਭ ਅਕਾਲ ਪੁਰਖ ਦੇ ਵੱਸ ਹੈ। ਜੋ ਸਮਰੱਥਾ ਹੈ, ਜੋ ਸ਼ਕਤੀ ਹੈ ਵਰਤ ਰਹੀ ਹੈ, ਉਹ ਸਭ ਅਕਾਲ ਪੁਰਖ ਦੀ ਦਿੱਤੀ ਹੋਈ ਸ਼ਕਤੀ ਹੈ। ਅਕਾਲ ਪੁਰਖ ਦੇ ਹੁਕਮ ਵਿੱਚ ਹੀ ਸਭ ਕੁਝ ਵਰਤ ਰਿਹਾ। ਕਹਿਣ ਦਾ ਮਤਲਬ ਜੋ ਕੁਝ ਵਰਤ ਰਿਹਾ ਸਭ ਕੁਝ ਉਹਦੇ ਹੁਕਮ ਵਿੱਚ ਵਰਤ ਰਿਹਾ। ਉਹਨੂੰ ਅਸੀਂ ਪਿਆਰ ਨਾਲ ਜੇ ਮਿਲਣ ਦਾ ਯਤਨ ਕਰਾਂਗੇ, ਜੇ ਅਸੀਂ ਅਕਾਲ ਪੁਰਖ ਨੂੰ ਮਿਲਣਾ ਹੈ ਤਾਂ ਸਾਨੂੰ ਆਪਣੇ ਅੰਦਰ ਪਿਆਰ ਪੈਦਾ ਕਰਨਾ ਪਊਗਾ, ਉਹਦੇ ਗੁਣ ਪੈਦਾ ਕਰਨੇ ਪੈਣਗੇ। ਸਾਨੂੰ ਇੱਕ ਹੋਣ ਦੀ ਜੁਗਤ ਸਿੱਖਣੀ ਪਊਗੀ। ਸਾਨੂੰ ਇੱਕ ਹੋਣਾ ਪਊਗਾ। ਅਸੀਂ ਇੱਕ ਹੋਵਾਂਗੇ। ਅਸੀਂ ਸਾਰੇ ਮਨੁੱਖ ਬੈਰ ਭਾਵ ਛੱਡ ਕੇ ਇੱਕ ਹੋਵਾਂਗੇ। ਸਭ ਨੂੰ ਬਰਾਬਰ ਸਮਝਾਂਗੇ, ਹਰ ਇੱਕ 'ਤੇ ਦਇਆ ਕਰਾਂਗੇ, ਸੰਤੋਖ ਆਵੇਗਾ ਸਾਡੇ ਅੰਦਰ, ਪ੍ਰੇਮ ਆਵੇਗਾ। ਉਸ ਅਕਾਲ ਪੁਰਖ ਨੂੰ ਸਮਰਪਣ ਹੋਵਾਂਗੇ ਤਾਂ ਹੀ ਉਸ ਨੂੰ ਮਿਲਿਆ ਜਾ ਸਕਦਾ। ਨਹੀਂ ਤਾਂ ਇਹ ਗਪੌੜਾ ਨੇ ਕਿ ਅਸੀਂ ਵੀ ਪ੍ਰਾਪਤੀ ਝੂਠੀਆਂ ਵਡਿਆਈਆਂ ਨੇ, ਜੇ ਝੂਠੇ ਸਿਮਰਨ ਨੇ ਕਿ ਅਸੀਂ ਲੱਖਾਂ ਲੱਖਾਂ ਪਾਠ ਕਰ ਲਏ। ਇਹ ਸਭ ਕਾਸੇ ਦਾ ਖੰਡਨ ਕਰਦੇ ਜਪਜੀ ਸਾਹਿਬ ਲਿਖਦੇ ਨੇ ਕਿ ਨਹੀਂ, ਉਸ ਅਕਾਲ ਪੁਰਖ ਨੂੰ ਮਿਲਣ ਲਈ ਇੱਕ ਹੋਣਾ ਪਊਗਾ, ਸਮਰਪਣ ਕਰਨਾ ਪਊਗਾ, ਆਪਾ ਤਿਆਗਣਾ ਪਊਗਾ, ਪ੍ਰੇਮ ਪੈਦਾ ਕਰਨਾ ਪਊਗਾ। ਪ੍ਰੇਮ ਤੇ ਸ਼ਰਧਾ, ਭਰੋਸਾ, ਉਸਦੇ ਹੁਕਮ ਵਿੱਚ ਚੱਲਣਾ, ਉਹਦੇ ਮੂਲ ਮੰਤਰ 'ਚ ਦਿੱਤੇ ਹੋਏ ਗੁਣ ਆਪਣੇ ਅੰਦਰ ਲਿਆਉਣੇ ਪੈਣਗੇ ਤਾਂ ਅਸੀਂ ਉਸ ਅਕਾਲ ਪੁਰਖ ਨੂੰ ਮਿਲ ਸਕਾਂਗੇ। ਅਕਾਲ ਪੁਰਖ ਦੇ ਘਰ ਵਿੱਚ ਕੋਈ ਉੱਚਾ ਨੀਵਾਂ ਨਹੀਂ। ਜੋ ਕੁਛ ਹੈ ਸਾਰਾ ਕੁਛ ਅਕਾਲ ਪੁਰਖ ਦੇ ਵੱਸ ਹੈ, ਉਹਦੇ ਹੁਕਮ ਵਿੱਚ ਚੱਲ ਰਿਹਾ, ਉਹਦੇ ਨਿਯਮ ਵਿੱਚ ਚੱਲ ਰਿਹਾ। ਸਾਰੀ ਸਮਰੱਥਾ, ਸਾਰਾ ਬਲ ਉਸੇ ਦਾ ਹੀ ਹੈ। ਸਾਡੇ ਹਸਤ ਕੁਛ ਵੀ ਨਹੀਂ ਹੈ। ਸੋ ਆਪਾਂ ਇਸ ਤੋਂ ਸਿੱਖਿਆ ਲਈਏ ਕਿ ਆਪਾਂ ਪ੍ਰਭੂ ਅਕਾਲ ਪੁਰਖ ਅੱਗੇ ਸਮਰਪਣ ਕਰੀਏ, ਉਹਦੇ ਗੁਣਾਂ ਨੂੰ ਧਾਰਨ ਕਰਨ ਦਾ ਯਤਨ ਕਰੀਏ, ਪ੍ਰਭੂ ਪ੍ਰਤੀ ਆਪਣੇ ਅੰਦਰ ਪ੍ਰੇਮ, ਪ੍ਰਤੀਤ, ਭਰੋਸਾ, ਸ਼ਰਧਾ ਪੈਦਾ ਕਰੀਏ ਅਤੇ ਉਹਦੇ ਨਿਯਮ ਵਿੱਚ, ਉਹਦੇ ਹੁਕਮ ਵਿੱਚ ਸਭ ਨੂੰ ਬਰਾਬਰ ਸਮਝੀਏ। ਹਾਂ, ਅੱਜ ਇੰਨਾ ਹੀ। ਭੁੱਲਾਂ ਚੁੱਕਾਂ ਦੀ ਖਿਮਾ, ਢੇਰ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਵਾਹਿਗੁਰੂ ਚੇਤਾ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।